ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਮੈਂ ਹਾਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਨੂੰ ਲੈ ਕੇ ਹਾਜ਼ਰ ਹਾਂ ਜੀ, ਜੋ ਦੇਣਗੇ ਤੁਹਾਡੇ ਸਵਾਲਾਂ ਦੇ ਜਵਾਬ। ਤੇ ਨਾਲ ਹੀ ਜੀ ਫਿਲਹਾਲ ਤੁਸੀਂ ਨੰਬਰਸ ਉੱਤੇ ਜਿੱਥੇ ਕਾਲ ਕਰਨੀ, ਆਪਣੇ ਸਵਾਲ ਡਿਸਕਸ ਕਰਨਾ, ਉੱਥੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਿਊ ਸਟੂਡੈਂਟਸ ਤੇ ਜਿਨ੍ਹਾਂ ਨੇ ਹੁਣ ਐਡਮਿਸ਼ਨਸ ਲੈਣੀਆਂ ਨੇ ਕੈਨੇਡਾ ਸਟੱਡੀ ਵੀਜ਼ਾ ਦੀ ਜਿਹੜੀਆਂ ਰਿਕੁਆਇਰਮੈਂਟਸ ਨੇ ਜੀ ਉਹਨਾਂ ਨੂੰ ਜਾਣਾਂਗੇ। ਫਿਲਹਾਲ ਵਿਦ ਆਇਲਸ, ਵਿਦਆਊਟ ਆਇਲਸ, ਜਿਨ੍ਹਾਂ ਨੇ ਹਾਲੇ ਆਇਲਸ ਦਾ ਐਗਜ਼ਾਮ ਨਹੀਂ ਦਿੱਤਾ ਹੋਇਆ। ਇਸ ਤੋਂ ਇਲਾਵਾ ਜੀ ਰਿਜੈਕਟਡ ਕੇਸਿਸ, ਪੇਰੈਂਟਸ ਤੇ ਜਿਹੜੀ PR ਹੈਗੀ ਜਿਨ੍ਹਾਂ ਦੇ ਬੱਚੇ ਉੱਥੇ ਹੈਗੇ ਨੇ, ਪੱਕੇ ਹੈਗੇ ਨੇ, ਜਾਂ ਫਿਰ ਜਿਹੜੇ ਸਾਡੇ ਸਟੂਡੈਂਟਸ ਆਲਰੇਡੀ ਸਟੱਡੀ ਵੀਜ਼ਾ ਤੇ ਉੱਥੇ ਜਾਂਦੇ ਨੇ ਜੀ, ਉਹਨਾਂ ਦੇ ਵਾਸਤੇ ਫਿਰ ਨੈਕਸਟ ਜਿਹੜਾ ਹੈਗਾ, ਚਾਹੇ ਉਹ ਵਰਕ ਪਰਮਿਟ ਨੂੰ ਲੈ ਕੇ ਸਵਾਲ ਹੈ, ਚਾਹੇ ਉਹ PR ਨੂੰ ਲੈ ਕੇ ਸਵਾਲ ਰਹਿੰਦੇ ਨੇ। ਸੋ ਫਿਲਹਾਲ ਜੀ ਪੈਂਡਿੰਗ ਰਿਜ਼ਲਟਸ ਦੀ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਬੜੇ ਧਿਆਨ ਦੇ ਨਾਲ ਇਸ ਸ਼ੋਅ ਨੂੰ ਦੇਖਣਾ ਹੈ, ਸੁਣਨਾ ਹੈ ਤੇ ਆਪਣੇ ਜਿਹੜੇ ਸਵਾਲ ਨੇ ਨਾ ਉਹਨਾਂ ਨੂੰ ਨਾਲ ਦੇ ਨਾਲ ਡਿਸਕਸ ਕਰਦੇ ਰਹਿਣਾ ਹੈ। ਪਾਇਨੀਅਰ ਇਮੀਗ੍ਰੇਸ਼ਨ ਤੋਂ ICCRC ਮੈਂਬਰ ਡਾਕਟਰ ਰਵੀ ਗਰਗ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਨੇ। ਸਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦੀ ਸ਼ੋਅ। ਕਵਿਤਾ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਰਵੀ ਗਰਗ ICCRC ਮੈਂਬਰ ਨੇ ਜੀ। ਇਹਨਾਂ ਦਾ ਨਾਮ ਤੁਸੀਂ ਕੈਨੇਡਾ ਜਿਹੜੀ ਸਾਈਟ ਹੈ ਜੀ, ਕੈਨੇਡਾ ਗਵਰਨਮੈਂਟ ਦੀ ਇਮੀਗ੍ਰੇਸ਼ਨ ਦੀ ਜਿਹੜੀ ਵੈਬਸਾਈਟ ਹੈ, ਉੱਥੇ ਜਾ ਕੇ ਜ਼ਰੂਰ ਨਾਮ ਚੈੱਕ ਕਰ ਸਕਦੇ ਹੋ। ਤੇ ਇੱਕ ਪਹਿਲਾਂ ਛੋਟੀ ਜਿਹੀ ਵੀਡੀਓ ਜਿਹੜੀ ਹੈ ਨਾ ਉਹ ਵੀ ਦੇਖ ਲੈਂਦੇ ਹਾਂ ਜੀ, ਜਿਹਦੇ ਜ਼ਰੀਏ ਤੁਹਾਨੂੰ ਜ਼ਿਆਦਾ ਪਤਾ ਲੱਗਦਾ ਕਿ ਹਾਂਜੀ ICCRC ਮੈਂਬਰ ਜਿਹੜੇ ਨੇ ਉਹ ਕਿੱਦਾਂ ਕੰਮ ਕਰਦੇ ਨੇ। ਇੱਥੇ ਵੀਡੀਓ ਲਗਾ ਦੇਣਾ ICCRC ਵਾਲੇ ਜੀ। ਸੋ ਫਿਲਹਾਲ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਸਾਡੀਆਂ ਹੁਣ ਜਿਹੜੇ ਨਵੇਂ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਦੇ 12ਵੀਂ ਦਾ ਰਿਜ਼ਲਟ ਆ ਚੁੱਕਿਆ ਹੈ। ਸੋ ਹੁਣ ਤੁਸੀਂ ਕੈਨੇਡਾ ਜਾਣਾ ਜੀ, ਤੁਹਾਡੇ ਵਾਸਤੇ ਕੀ ਚੋਇਸ ਹੈ, ਕੀ ਮੌਕੇ ਰਹਿਣਗੇ, ਉਹਦੇ ਬਾਰੇ ਸਭ ਤੋਂ ਪਹਿਲਾਂ ਰਵੀ ਸਰ ਕੀ ਕਹਿਣਾ? ਦੇਖੋ, ਕੈਨੇਡਾ ਦੇ ਦਰਵਾਜ਼ੇ ਖੁੱਲ੍ਹੇ ਹੋਏ ਨੇ। ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਬਾਕੀ ਬਹੁਤ ਸਾਰੇ ਕੰਟਰੀਜ਼ ਹਾਲੇ ਜਾਂ ਪੂਰੀ ਤਰ੍ਹਾਂ ਬੰਦ ਨੇ ਕੋਵਿਡ ਦੇ ਕਰਕੇ, ਖਾਸ ਤੌਰ 'ਤੇ, ਜਾਂ ਫਿਰ ਦਰਵਾਜ਼ੇ ਜਿਹੜੇ ਚੰਗੀ ਤਰ੍ਹਾਂ ਖੁੱਲ੍ਹੇ ਨਹੀਂ ਹੋਏ, ਕਈ ਤਰ੍ਹਾਂ ਦੀ ਅੜਚਨਾ, ਆਬਜੈਕਸ਼ਨਸ ਔਰ ਪ੍ਰੋਬਲਮਸ। ਲੇਕਿਨ ਕੈਨੇਡਾ ਨੇ ਈਵਨ ਕਿ ਕੋਵਿਡ ਦੇ ਵਿੱਚ ਵੀ ਇੰਨੀ ਜਿਹੜੀ ਹੈ, ਜਦੋਂ ਇੰਨੇ ਜ਼ਿਆਦਾ ਕੇਸਿਸ ਕੈਨੇਡਾ ਦੇ ਵਿੱਚ ਵੀ ਬਹੁਤ ਜ਼ਿਆਦਾ ਕੇਸਿਸ ਸੀਗੇ, ਇੰਡੀਆ 'ਚ ਵੀ ਬਹੁਤ ਜ਼ਿਆਦਾ ਕੇਸਿਸ ਸੀਗੇ, ਕੰਮ ਨੂੰ ਰੋਕਿਆ ਨਹੀਂ ਕਿਸੇ ਨਾ ਕਿਸੇ ਤਰੀਕੇ ਨਾਲ। ਕੈਨੇਡਾ ਅੰਬੈਸੀ ਨੇ, ਕੈਨੇਡਾ ਗੌਰਮੈਂਟ ਨੇ ਬੜੀ ਕੋਆਪਰੇਸ਼ਨ ਕੀਤੀ ਔਰ ਲੀਨੀਅੰਟ ਹੁੰਦੇ ਹੋਏ ਰੂਲਸ ਨੂੰ ਲੀਨੀਅੰਟ ਕੀਤਾ। ਔਰ ਇਹ ਸਾਰਾ ਈਵਨ ਕਿ AIPs ਜਦੋਂ ਕਿ ਸਾਰਾ ਸਿਸਟਮ ਬੰਦ ਸੀਗਾ, ਉਦੋਂ ਈਵਨ ਕਿ ਬਾਇਓਮੈਟ੍ਰਿਕਸ ਬੰਦ ਸੀਗੇ, ਮੈਡੀਕਲ ਡਾਕਟਰਸ ਦੇ ਬੰਦ ਸੀਗੇ, ਤੇ ਉਦੋਂ ਵੀ AIPs ਜਿਹੜਾ ਅਪਰੂਵਲ ਇਨ ਪ੍ਰਿੰਸੀਪਲ ਦਾ ਰੂਲ ਕਰ ਦਿੱਤਾ ਕਿ ਕੋਈ ਗੱਲ ਨਹੀਂ, ਜਦੋਂ ਬਾਇਓਮੈਟ੍ਰਿਕਸ ਹੋਣਗੇ ਬਾਅਦ ਦੇ ਵਿੱਚ ਫਾਈਨਲ ਜਿਹੜੀ ਹੈ ਵੀਜ਼ਾ ਅਪਰੂਵਲ ਬਾਅਦ ਦੇ ਵਿੱਚ ਕਰ ਲਵਾਂਗੇ, ਸਟੈਂਪਿੰਗ ਵੀ ਬਾਅਦ ਦੇ ਵਿੱਚ ਕਰ ਲਵਾਂਗੇ। ਔਰ ਆਨਲਾਈਨ ਸਟੱਡੀ ਜਿਹੜੀ ਹੈ ਹੁਣ ਵੀ ਇਸ ਵਕਤ ਇਹ ਹੈਗਾ ਕਿ ਅਗਰ ਕੋਈ ਸਟੂਡੈਂਟ ਕੈਨੇਡਾ ਨਹੀਂ ਪਹੁੰਚ ਪਾ ਰਿਹਾ ਤੇ ਇੰਡੀਆ ਦੇ ਵਿੱਚ ਹੀ ਰਹਿ ਕੇ ਜਿਨ੍ਹਾਂ ਦਾ ਵੀਜ਼ਾ ਲੱਗ ਚੁੱਕਿਆ ਉਹ ਵੀ ਆਨਲਾਈਨ ਸਟੱਡੀ ਕਰ ਸਕਦੇ ਨੇ। ਔਰ ਈਵਨ ਕਿ ਜਿਨ੍ਹਾਂ ਦਾ ਪੈਂਡਿੰਗ ਹੈਗਾ ਰਿਜ਼ਲਟ, ਅੰਬੈਸੀ ਤੋਂ ਵੀਜ਼ਾ ਨਹੀਂ ਲੱਗਿਆ, ਹਾਲੇ ਅੰਬੈਸੀ ਦੇ ਵਿੱਚ ਫਾਈਲ ਲੱਗੀ ਹੋਈ ਹੈਗੀ ਹੈ ਔਰ ਕਲਾਸਾਂ ਸ਼ੁਰੂ ਹੋਣ ਵਾਲੀਆਂ ਹੈਗੀਆਂ ਨੇ, ਉਹ ਵੀ ਕਲਾਸਿਸ ਜਦੋਂ ਕਿ ਉਹਨਾਂ ਦੀ ਫਾਈਲ ਪੈਂਡਿੰਗ ਹੈਗੀ ਹੈ, ਰਿਜ਼ਲਟ ਪੈਂਡਿੰਗ ਹੈਗਾ, ਤੇ ਉਹ ਆਪਣੀਆਂ ਕਲਾਸਾਂ ਆਨਲਾਈਨ ਸ਼ੁਰੂ ਕਰ ਸਕਦੇ ਨੇ। ਲੇਕਿਨ ਇਸ ਗੱਲ ਦਾ ਧਿਆਨ ਰੱਖਣਾ ਹੈਗਾ ਕਿ ਕਾਲਜਿਸ ਦੀ ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਪਾਲਿਸੀ ਹੈਗੀ ਹੈ। ਕਈ ਕਾਲਜਿਸ ਕੀ ਕਹਿੰਦੇ ਆ ਕਿ ਤੁਸੀਂ ਅਗਰ ਕਲਾਸਿਸ ਆਨਲਾਈਨ ਸ਼ੁਰੂ ਕਰ ਲੈਂਦੇ ਹੋ, ਠੀਕ ਹੈ, ਔਰ ਤੁਹਾਡਾ ਅਗਰ 1 ਮਹੀਨੇ ਬਾਅਦ, 2 ਮਹੀਨੇ ਬਾਅਦ ਜਾਂ ਜਦੋਂ ਮਰਜ਼ੀ ਤੁਹਾਡੀ ਰਿਫਿਊਜ਼ਲ ਹੁੰਦੀ ਹੈ, ਤੁਹਾਡੇ ਸਾਰੇ ਪੈਸੇ ਰਿਫੰਡ ਹੋ ਜਾਣਗੇ। ਉਸ ਨੂੰ ਅਸੀਂ ਆਪਣੀ ਜਿਹੜੀ ਕੰਪਨੀ ਦੀ ਆਪਸ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਤੇ ਅਸੀਂ ਕਹਿੰਦੇ ਸੇਫ ਕਾਲਜ ਹੈਗਾ। ਔਰ ਕੁਝ ਕਾਲਜਿਸ ਨੇ ਜਿਹੜੇ ਕਹਿੰਦੇ ਆ ਕਿ ਅਗਰ 1 ਮਹੀਨੇ ਤੱਕ ਤੁਹਾਡੀ ਜਿਹੜੀ ਹੈਗੀ ਹੈ ਰਿਫਿਊਜ਼ਲ ਆ ਜਾਂਦੀ ਹੈ ਤਾਂ ਪੂਰੇ ਪੈਸੇ ਵਾਪਸ ਕਰ ਦਾਂਗੇ। 1 ਮਹੀਨੇ ਤੋਂ ਬਾਅਦ ਰਿਫਿਊਜ਼ਲ ਆਉਂਦੀ ਹੈ ਤਾਂ ਫਿਰ ਅਸੀਂ ਵਾਪਸ ਨਹੀਂ ਕਰਾਂਗੇ, ਪੂਰੀ 1 ਸਮੈਸਟਰ ਦੀ ਫੀਸ ਖਤਮ ਹੋ ਜਾਏਗੀ। ਦਾ ਮਤਲਬ ਰਿਫਿਊਜ਼ਲ ਦੀ ਗੱਲ ਕਿਉਂ ਕਰਦੇ ਪਏ? 10 ਵਿੱਚੋਂ 9 ਦੇ ਭਾਵੇਂ ਵੀਜ਼ੇ ਆ ਗਏ, ਲੇਕਿਨ ਇੱਕ ਦੀ ਅਗਰ ਰਿਫਿਊਜ਼ਲ ਆਉਂਦੀ ਹੈ ਤੇ ਉਹਦੀ 1 ਸਮੈਸਟਰ ਦਾ ਮਤਲਬ ਤਕਰੀਬਨ 5 ਲੱਖ ਖਤਮ ਹੋ ਗਏ। ਸੋ ਉਸ ਨੂੰ ਅਸੀਂ ਕਹਾਂਗੇ ਅਨਸੇਫ ਕਾਲਜ ਹੈਗਾ। ਸੋ ਅਸੀਂ ਆਪਣੇ ਸਟੂਡੈਂਟਸ ਨੂੰ, ਔਰ ਕੋਈ ਵੀ ਹੈ, ਇਸ ਬਾਰੇ ਗੱਲ ਇਹ ਕਿ ਮੇਰੀ ਐਡਵਾਈਸ ਕਿ ਜਿਹੜੇ ਅਨਸੇਫ ਕਾਲਜਿਸ ਨੇ ਉਹਨਾਂ ਦੀ ਆਨਲਾਈਨ ਕਲਾਸਿਸ ਨਾ ਸ਼ੁਰੂ ਕਰੋ। ਉਹਨਾਂ ਦੀ ਡੈਫਰਮੈਂਟ ਦੀ ਅਗਰ ਹੈਗੀ ਹੈ ਪਾਲਿਸੀ ਔਰ ਡੈਫਰਮੈਂਟ ਦੀ ਪ੍ਰੋਵੀਜ਼ਨ ਹੈਗੀ ਹੈ ਤੇ ਉਹ ਆਪਣਾ ਸਟੂਡੈਂਟ ਜਿਹੜੇ ਨੇ ਆਪਣਾ ਡੈਫਰਮੈਂਟ ਕਰਵਾ ਲੈਣ, ਜਿਸ ਦਾ ਮਤਲਬ ਨੈਕਸਟ ਇਨਟੇਕ ਦੇ ਵਿੱਚ ਆਪਣੀ ਸੀਟ ਲੈ ਲੈਣ। ਮੰਨ ਲਓ ਹੁਣ ਸਤੰਬਰ ਆ ਰਿਹਾ ਹੈਗਾ ਤੇ ਨੈਕਸਟ ਜਨਵਰੀ ਦੇ ਵਿੱਚ ਉਹ ਜਿਹੜੀ ਹੈ ਸੀਟ ਮਿਲ ਜੇਗੀ।
ਔਰ ਅਗਰ ਉਹ ਸੇਫ ਕਾਲਜ ਹੈਗਾ ਤੇ ਫਿਰ ਤੁਸੀਂ ਆਨਲਾਈਨ ਕਲਾਸਿਸ ਸ਼ੁਰੂ ਕਰ ਸਕਦੇ ਹੋ। ਲੇਕਿਨ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਉਹਨਾਂ ਨੂੰ ਖਾਸ ਤੌਰ ਤੇ ਮੇਰੀ ਐਡਵਾਈਸ ਕਿ ਜਾਂ ਤਾਂ ਉਹ ਫਲਾਈ ਕਰ ਜਾਂਦਾ, ਮਤਲਬ ਫਲਾਈਟ ਲੈ ਕੇ ਕੈਨੇਡਾ ਜਾ ਕੇ ਆਪਣੀਆਂ ਕਲਾਸਿਸ ਸ਼ੁਰੂ ਕਰ ਲੈਣ, ਔਰ ਜਾਂ ਫਿਰ ਇੰਡੀਆ ਦੇ ਵਿੱਚ ਕਿਉਂਕਿ ਵੀਜ਼ਾ ਆਲਰੇਡੀ ਲੱਗ ਚੁੱਕਿਆ ਹੈ ਤਾਂ ਰਿਫਿਊਜ਼ਲ ਦਾ ਕੋਈ ਮਤਲਬ ਹੀ ਨਹੀਂ, ਪੱਕਾ ਹੋ ਗਿਆ ਕੰਮ, ਸੋ ਆਨਲਾਈਨ ਜਿਹੜੀਆਂ ਕਲਾਸਾਂ ਸ਼ੁਰੂ ਕਰ ਸਕਦੇ ਜੀ। ਤੇ ਜਿੱਦਾਂ ਹੀ ਫਿਰ ਫਲਾਈਟਸ ਸ਼ੁਰੂ ਹੁੰਦੀਆਂ ਨੇ ਤੇ ਤੁਸੀਂ ਆਪਣਾ ਟਰੈਵਲ ਵੀ ਕਰ ਸਕਦੇ ਹੋ, ਜੋ ਗਾਈਡਲਾਈਨਸ ਹੈਗੀਆਂ ਨੇ ਜੀ ਉਹਨਾਂ ਨੂੰ ਜ਼ਰੂਰ ਫੋਲੋ ਕਰਨਾ। ਉਸ ਦੇ ਵਿੱਚ ਦੇਖੋ ਕੋਈ ਰੁਕਾਵਟ ਨਹੀਂ ਹੈ ਕਿ ਅਗਰ ਆਨਲਾਈਨ ਤੁਸੀਂ ਕਲਾਸਿਸ ਸ਼ੁਰੂ ਕਰ ਲਈਆਂ, ਇਹ ਨਹੀਂ ਕਿ ਆਨਲਾਈਨ ਇੱਕ ਵਾਰੀ ਸ਼ੁਰੂ ਕਰ ਲਈ ਤੇ ਫਿਰ ਸਮੈਸਟਰ ਦੇ ਐਂਡ ਤੇ ਜਾਣ ਕੇ ਬਾਅਦ ਜਦੋਂ ਮਰਜ਼ੀ ਜਦੋਂ ਵੀ ਤੁਹਾਡਾ ਟਾਈਮ ਲੱਗੇ, 2-3 ਦਿਨ ਦੀ ਛੁੱਟੀ ਹੋਵੇ ਜਾਂ ਜਦੋਂ ਵੀ ਹੈ ਸੈਟਰਡੇ ਸੰਡੇ ਵਗੈਰਾ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਸੋ ਹਾਲਾਂਕਿ ਅਸੀਂ ਟਾਈਮ ਟੂ ਟਾਈਮ ਜੀ ਤੁਹਾਡੇ ਨਾਲ ਡਿਸਕਸ ਕੀਤਾ ਵੀ ਜਿਹੜੇ ਵੀ ਸਟੂਡੈਂਟਸ ਨੇ ਫਲਾਈ ਕਰਨਾ ਉਹਨਾਂ ਦੇ ਵਾਸਤੇ ਕੀ ਜਿਹੜੇ ਅੱਗੇ ਤੁਹਾਡੇ ਵਾਸਤੇ ਗਾਈਡਲਾਈਨਸ ਹੈਗੀਆਂ ਨੇ ਉਹ ਜ਼ਰੂਰ ਫੋਲੋ ਕਰਨੀਆਂ ਨੇ। ਹਾਲਾਂਕਿ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਜੇ ਤੁਹਾਡਾ ਵੀਜ਼ਾ ਆ ਚੁੱਕਾ ਹੈ, ਬਿਕਾਜ਼ ਲਾਸਟ ਐਪੀਸੋਡ ਦੇ ਵਿੱਚ ਵੀ ਅਸੀਂ ਡਿਸਕਸ ਕੀਤਾ ਸੀਗਾ ਕਿ ਕਾਫੀ ਵੀਜ਼ਾ ਜਿਹੜੇ ਨੇ ਇਸ ਹਫਤੇ ਜਿਹੜੇ ਹੈਗੇ ਨੇ ਲਾਸਟ ਵੀਕ ਵੀ ਆਏ, ਸੋ ਹੁਣ ਵੀ ਕੰਟੀਨਿਊਸ ਨੇ ਜੀ ਕਿ ਵਧੀਆ ਰਿਜ਼ਲਟਸ ਜਿਹੜੇ ਨੇ ਹੁਣ ਦੇਖਣ ਨੂੰ ਮਿਲ ਰਹੇ ਹੈਗੇ ਨੇ। ਸੋ ਫਿਲਹਾਲ ਅੱਛਾ ਹੁਣ ਸਟੂਡੈਂਟਸ, ਕਿਉਂਕਿ ਨਵੇਂ ਸਟੂਡੈਂਟਸ ਦੀ ਅਸੀਂ ਗੱਲ ਕਰ ਰਹੇ ਹਾਂ, ਅੱਛਾ ਕਈ ਸਟੂਡੈਂਟ ਜਿਨ੍ਹਾਂ ਨੇ ਹਾਲੇ ਆਇਲਟਸ ਦਾ ਐਗਜ਼ਾਮ ਵੀ ਨਹੀਂ ਦਿੱਤਾ ਉਹ ਕਿੱਦਾਂ ਅਪਲਾਈ ਕਰ ਸਕਦੇ ਨੇ? ਦੇਖੋ ਅਗਰ ਰਿਜ਼ਲਟ ਆ ਗਿਆ ਹੈਗਾ ਔਰ ਆਇਲਟਸ ਦਾ ਹਾਲੇ ਟੈਸਟ ਨਹੀਂ ਦਿੱਤਾ ਤੇ ਆਇਲਟਸ ਦੀ ਬੁਕਿੰਗ ਦੀ ਜਿਹੜੀ ਰਸੀਦ ਆਇਲਟਸ ਬੁਕਿੰਗ ਹੋਣੀ ਚਾਹੀਦੀ ਹੈ। ਠੀਕ ਹੈ। ਤੇ ਰਿਜ਼ਲਟ ਦੇ ਨਾਲ ਜਿਹੜਾ ਹੈ ਤੁਹਾਡੀ ਜਿਹੜਾ ਰਿਜ਼ਲਟ ਗ੍ਰੇਡ 12 ਜਾਂ ਜਿਹੜਾ ਵੀ ਰਿਜ਼ਲਟ ਤੁਹਾਡਾ ਗ੍ਰੈਜੂਏਸ਼ਨ ਵਾਲਾ ਦਾ ਰਿਜ਼ਲਟ ਹੋਵੇ ਨਾਲ ਪਲੱਸ ਜਿਹੜੇ ਆਇਲਟਸ ਦੀ ਬੁਕਿੰਗ ਹੋਵੇ, ਇਸ ਦੇ ਨਾਲ ਕੰਡੀਸ਼ਨਲ ਕੁਝ ਕਾਲਜਿਸ ਦੇ ਵਿੱਚ ਕੰਡੀਸ਼ਨਲ ਆਫਰ ਲੈਟਰ ਵਾਸਤੇ, ਐਡਮਿਸ਼ਨ ਵਾਸਤੇ, ਸੀਟ ਵਾਸਤੇ ਆਪਾਂ ਅਪਲਾਈ ਕਰ ਸਕਦੇ ਹਾਂ। ਕਈ ਕਾਲਜਿਸ ਯੂਨੀਵਰਸਿਟੀਜ਼ ਕੰਡੀਸ਼ਨਲ ਨਹੀਂ ਦਿੰਦੇ, ਉਹਨਾਂ ਨੂੰ ਦੋਨੋਂ ਚੀਜ਼ਾਂ ਚਾਹੀਦੀਆਂ, ਰਿਜ਼ਲਟ ਵੀ ਚਾਹੀਦਾ, ਆਇਲਟਸ ਦਾ ਰਿਜ਼ਲਟ ਵੀ ਚਾਹੀਦਾ, ਔਰ ਕੁਝ ਨੂੰ ਸਿਰਫ ਆਇਲਟਸ ਚਾਹੀਦਾ ਔਰ ਆਇਲਟਸ ਜ਼ਰੂਰੀ ਹੈਗਾ ਔਰ ਰਿਜ਼ਲਟ ਪੈਂਡਿੰਗ ਵੀ ਹੋ ਸਕਦਾ, ਕੁਝ ਨੂੰ ਰਿਜ਼ਲਟ ਜ਼ਰੂਰੀ ਚਾਹੀਦਾ, ਆਇਲਟਸ ਪੈਂਡਿੰਗ ਹੋ ਸਕਦਾ ਲੇਕਿਨ ਆਇਲਟਸ ਦੀ ਬੁਕਿੰਗ ਨਾਲ ਚਾਹੀਦੀ ਹੈ। ਸੋ ਕੰਡੀਸ਼ਨਲ ਵੀ ਅਪਲਾਈ ਕਰ ਸਕਦੇ। ਲੇਕਿਨ ਇੱਕ ਖਾਸ ਗੱਲ ਹੋਰ ਕਵਿਤਾ ਜੀ ਕਿ ਆਇਲਟਸ ਦਾ ਤੁਹਾਡਾ ਰਿਜ਼ਲਟ ਆਨਲਾਈਨ ਆ ਗਿਆ ਹੈਗਾ, ਠੀਕ ਹੈ, ਜਦ ਤੱਕ ਆਂਦਾ ਨਹੀਂ ਰਿਜ਼ਲਟ ਉਦੋਂ ਤੱਕ ਇਹ ਨਹੀਂ ਪਤਾ ਕਿ 6 ਬੈਂਡ ਆਣਗੇ ਕਿ ਨਹੀਂ, ਲੇਕਿਨ ਰਿਜ਼ਲਟ ਆ ਗਿਆ। ਓਵਰਆਲ 6 ਈਚ ਨੇ ਜਾਂ ਓਵਰਆਲ 6 ਨਾਟ ਲੈਸ ਦੈਨ 5.5 ਇਨ ਵਨ ਮੋਡਿਊਲ, ਦੋ ਵਿੱਚ 5.5 ਮੋਡਿਊਲ ਹੈਗੇ ਨੇ, ਦੋ ਮੋਡਿਊਲ ਦੇ ਵਿੱਚ 5.5, ਫਿਰ ਤਾਂ ਇਹ ਬਹੁਤ ਹਾਈ ਰਿਸਕ ਕੇਸ ਹੈ, ਵੀਜ਼ਾ ਦੇ ਚਾਂਸਿਸ ਬੜੇ ਘੱਟ ਹੋਣਗੇ। ਲੇਕਿਨ ਓਵਰਆਲ 6 ਨਾਟ ਲੈਸ ਦੈਨ 5.5 ਇਨ ਵਨ ਮੋਡਿਊਲ ਜਾਂ 6 ਈਚ ਜਾਂ ਉੱਪਰ, ਇਹ ਜਿਹੜੇ ਨੇ ਜਦੋਂ ਆਨਲਾਈਨ ਰਿਜ਼ਲਟ ਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਕਿ ਐਲੀਜੀਬਿਲਿਟੀ ਹੈਗੀ ਹੈ ਤੇ ਆਪਾਂ ਕਈ ਬਹੁਤ ਸਾਰੇ ਕਾਲਜਿਸ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਆਨਲਾਈਨ ਆਪਾਂ ਐਪਲੀਕੇਸ਼ਨ ਭੇਜਣੀ ਹੁੰਦੀ ਹੈ, ਅਪਲਾਈ ਕਰ ਦਾਂਗੇ ਆਇਲਟਸ ਤੇ ਬਾਕੀ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਨੇ ਆਪਾਂ 5-7-10 ਦਿਨ ਬਾਅਦ ਭੇਜਣੇ ਹੁੰਦੇ ਆ ਔਰ ਆਪਣੀ ਉਦੋਂ ਨੂੰ TRF ਆ ਜਾਏਗੀ ਤੇ ਬਾਅਦ ਦੇ ਵਿੱਚ ਅਪਲਾਈ ਕਰ ਦਾਂਗੇ। ਲੇਕਿਨ ਆਨਲਾਈਨ ਅਪਲਾਈ ਕਰਨ ਦੇ ਨਾਲ ਆਵਰ ਐਪਲੀਕੇਸ਼ਨ ਵਿਲ ਬੀ ਇਨ ਕਿਊ, ਦਾ ਮਤਲਬ ਆਪਾਂ ਜਿਹੜੀ ਪ੍ਰੈਫਰੈਂਸ ਦੇ ਵਿੱਚ ਜਿਹੜਾ ਆਪਾਂ ਨੂੰ ਪ੍ਰੈਫਰੈਂਸ ਮਿਲ ਜਾਏਗੀ ਔਰ ਆਪਾਂ ਨੂੰ ਸੀਟ ਮਿਲਣ ਦੇ ਚਾਂਸਿਸ ਵੱਧ ਜਾਣਗੇ ਜੀ। ਸੋ ਅੱਛਾ ਜਿੱਥੇ ਤਾਂ ਅਸੀਂ ਸਟੂਡੈਂਟਸ ਨੂੰ ਹਮੇਸ਼ਾ ਗਾਈਡ ਕੀਤਾ ਵੀ ਕਿਸ ਤਰ੍ਹਾਂ ਅਸੀਂ ਅਪਲਾਈ ਕਰਨਾ ਹੁੰਦਾ, ਕੀ ਰਿਕੁਆਇਰਮੈਂਟਸ ਰਹਿੰਦੀਆਂ ਨੇ। ਅੱਛਾ ਬੜੇ ਸਟੂਡੈਂਟ ਜਿਹੜੇ ਉੱਥੇ ਪਹੁੰਚ ਵੀ ਜਾਂਦੇ ਨੇ, ਵੈਲ ਸੈਟਲਡ ਵੀ ਹੈਗੇ ਨੇ, ਰਾਈਟ। ਅੱਛਾ ਕਈ ਸਟੂਡੈਂਟ ਜਦੋਂ ਹੁਣ ਸਟੱਡੀ ਤੋਂ ਬਾਅਦ ਦਾ ਪ੍ਰੋਸੈਸ ਅਸੀਂ ਬੜਾ ਰੇਅਰ ਕੇ ਡਿਸਕਸ ਕੀਤਾ ਹਮੇਸ਼ਾ, ਕੀ ਆਪਸ਼ਨਸ ਰਹਿੰਦੀਆਂ ਨੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ। ਸੋ ਜਿਹੜੇ ਸਟੂਡੈਂਟਸ ਨੇ ਹੁਣ ਵੀ ਲਾਈਕ ਜਿੱਦਾਂ ਹੁਣ 1-2 ਸਾਲ ਜਿੱਦਾਂ ਹੁਣ ਬੰਦ ਰਹੇ, ਕਾਲਜਸ ਵਗੈਰਾ ਬੰਦ ਰਹੇ, ਬਟ ਪੜ੍ਹਾਈ ਤਾਂ ਉਹਨਾਂ ਨੇ ਵੀ ਪੂਰੀ ਕਰ ਲਈ ਹੈ, ਉਸ ਤੋਂ ਬਾਅਦ ਹੁਣ ਨੈਕਸਟ ਸਟੈਪ ਉਹਨਾਂ ਦੇ ਵਾਸਤੇ ਕਿੱਦਾਂ ਤੁਸੀਂ ਮਦਦ ਕਰ ਰਹੇ ਹੋ ਪਾਇਨੀਅਰ ਇਮੀਗ੍ਰੇਸ਼ਨ? ਬਿਲਕੁਲ, ਦੇਖੋ ਸਾਡੇ ਕਾਫੀ ਸਾਰੇ ਆਫਿਸਿਸ ਪੰਜਾਬ ਹੋਰ ਇੰਡੀਆ ਦੇ ਵਿੱਚ ਹੈਗੇ ਨੇ ਔਰ 2 ਆਫਿਸ ਕੈਨੇਡਾ ਵਿੱਚ ਹੈਗੇ ਨੇ, ਇੱਕ ਸੈਸਕੈਟੂਨ ਦੇ ਵਿੱਚ ਸਸਕੈਚੁਅਨ ਪ੍ਰੋਵਿੰਸ ਔਰ ਦੂਸਰਾ ਜਿਹੜਾ ਬਰੈਂਪਟਨ ਦੇ ਵਿੱਚ ਟੋਰਾਂਟੋ ਦੇ ਨਾਲ। ਸੋ ਇਹ ਸਾਡੇ ਉੱਥੇ ਦਾ ਆਫਿਸ ਖਾਸ ਤੌਰ ਤੇ ਪੇਰੈਂਟਸ ਕੈਟੇਗਰੀ ਦੀ ਜਿਹੜੀ ਹੈ PR ਪੇਰੈਂਟਸ ਜੋ ਮਤਲਬ ਕਿ ਉੱਥੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਜਿਹੜੇ ਹੈਗੇ ਨੇ ਉਹ ਆਪਣੇ ਪੇਰੈਂਟਸ ਦੀ PR ਅਪਲਾਈ ਕਰਨਾ ਚਾਹੁੰਦੇ ਨੇ। ਇਹ ਹੁਣ ਜਲਦੀ ਹੀ ਜਿਹੜਾ ਅਨਾਉਂਸ ਹੋਣ ਵਾਲਾ ਹੈਗਾ ਔਰ ਇਹ ਕੈਟੇਗਰੀ ਲਾਂਚ ਹੋ ਜਾਏਗੀ ਔਰ ਆਪਣੇ ਪੇਰੈਂਟਸ ਦੀ PR ਉਹ ਅਪਲਾਈ ਕਰ ਸਕਦੇ ਨੇ। PR ਜਾਂ ਸਿਟੀਜ਼ਨ ਜਿਹੜੇ ਹੈਗੇ ਨੇ ਉਸ ਦੀ ਕੀ ਰੂਲਸ ਰੈਗੂਲੇਸ਼ਨ ਨੇ, ਕੰਡੀਸ਼ਨ ਨੇ, ਤੁਹਾਡੀ ਮੇਨ ਜਿਹੜੀ ਹੈ ਇਨਕਮ ਰਿਕੁਆਇਰਮੈਂਟ ਮੀਟ ਹੋਣੀ ਚਾਹੀਦੀ ਹੈਗੀ ਹੈ, ਉਹ ਕੀ ਹੈਗੀ ਹੈ, ਉਸ ਦੇ ਰੂਲ ਰੈਗੂਲੇਸ਼ਨ ਕੀ ਹੈ, ਉਸ ਦੇ ਵਾਸਤੇ ਤੁਸੀਂ ਕੈਨੇਡਾ ਆਫਿਸ ਦੇ ਵਿੱਚ 6479612313 ਇਸ 'ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ, ਟੈਕਸਟ ਮੈਸੇਜ ਕਰਕੇ, ਵਾਇਸ ਮੈਸੇਜ ਛੱਡ ਕੇ ਤੁਸੀਂ ਇਹ ਜਿਹੜਾ ਹੈਗਾ ਗੱਲਬਾਤ ਡਿਸਕਸ ਕਰ ਸਕਦੇ ਹੈਗੇ ਹੋ। ਔਰ ਦੂਸਰਾ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਪੁੱਛਿਆ, ਇਹ ਸਟੂਡੈਂਟਸ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਚਾਹੇ ਇੰਡੀਆ ਦੇ ਵਿੱਚ ਵੀ ਅਲਾਉਡ ਸੀਗੀ ਆਨਲਾਈਨ ਸਟੱਡੀ ਜਿਹੜੀਆਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਅਲਾਉਡ ਸੀਗੀ। ਜਿੰਨਿਆਂ ਵੀ ਆਨਲਾਈਨ ਸਟੂਡੈਂਟਸ ਜਿਹੜੇ ਆਨਲਾਈਨ ਸਟੱਡੀ ਕੀਤੀ ਇੰਡੀਆ 'ਚ ਰਹਿ ਕੇ ਜਾਂ ਕਿਸੇ ਵੀ ਕੰਟਰੀ 'ਚ ਜਾਂ ਈਵਨ ਕੈਨੇਡਾ ਦੇ ਵਿੱਚ ਰਹਿ ਕੇ, ਉਹ ਜਿਹੜੀ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗੀ ਹੈ ਔਰ 2 ਸਾਲ ਦਾ ਕੋਰਸ 4-4 ਮਹੀਨੇ ਦੇ 4 ਸਮੈਸਟਰ ਪੂਰੇ ਕੀਤੇ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲਿਆ
ਤੇ ਉਸ ਤੋਂ ਬਾਅਦ ਉੱਥੇ ਜਾ ਕੇ ਕੰਮ ਕੀਤਾ ਤੇ ਉਸ ਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਆਪਣੀ ਪੀਆਰ ਦੇ ਰੂਲਸ ਰੈਗੂਲੇਸ਼ਨਸ ਹੈਗੇ ਨੇ, ਅਲੱਗ-ਅਲੱਗ ਪੀਐਨਪੀਜ਼ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ। ਔਰ ਇੱਕ ਮੇਰੀ ਜਿਹੜੇ ਤੁਸੀਂ ਨਵੇਂ ਸਟੂਡੈਂਟਸ ਨੂੰ ਲੈ ਕੇ ਗੱਲਬਾਤ ਕਰਦੇ ਪਏ ਆਪਾਂ ਉਹਨਾਂ ਵਾਸਤੇ ਵੀ ਐਡਵਾਈਸ, ਹਾਲਾਂਕਿ ਜਦੋਂ ਕਰੋਨਾ ਦੇ ਵਿੱਚ ਬਾਹਰੋਂ ਇਮੀਗ੍ਰੈਂਟਸ ਨਹੀਂ ਗਏ ਤੇ ਉਹਨਾਂ ਦਾ ਕੋਟਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਵੱਧ ਗਿਆ। ਦਾ ਮਤਲਬ ਇਹ ਕਿ ਉਹਨਾਂ ਨੂੰ ਲੋੜ ਸੀਗੀ ਪਰਮਾਨੈਂਟ ਰੈਜ਼ੀਡੈਂਟਸ ਦੀ ਤੇ ਉਹਨਾਂ ਨੇ ਕੈਨੇਡਾ ਦੇ ਵਿੱਚੋਂ ਹੀ ਐਪਲੀਕੇਸ਼ਨਸ ਚੱਕ ਲਈਆਂ। 75 ਜਿਹੜੀ ਹੈ ਪੁਆਇੰਟਸ ਵਾਲਿਆਂ ਨੂੰ ਵੀ ਪੀਆਰ ਦੇ ਦਿੱਤੀ, ਈਵਨ ਕਿ ਨਵੀਂ ਕੈਟਾਗਰੀਜ਼ ਕੱਢ ਲਿੱਤੀਆਂ, ਪਾਲਿਸੀਜ਼ ਕੱਢ ਲਿੱਤੀਆਂ। ਔਰ ਉਸ ਦੇ ਵਿੱਚ ਇੱਕ ਇਹ ਸੀਗੀ ਕਿ ਰੀਸੈਂਟਲੀ ਜਿਹੜੇ ਗ੍ਰੈਜੂਏਟ ਨੇ ਜੀ ਉੱਥੇ ਗ੍ਰੈਜੂਏਸ਼ਨ ਕੀਤੀ ਹੈ ਔਰ ਕਰੰਟਲੀ ਐਮਪਲੋਇਡ ਨੇ, ਮਤਲਬ ਕਿ ਐਕਸਪੀਰੀਅੰਸ ਕੋਈ ਚਾਹੀਦਾ ਹੀ ਨਹੀਂ ਉਹਨਾਂ ਨੂੰ, ਉਹ ਹੈਗਾ। ਜਾਂ ਅਸੈਂਸ਼ੀਅਲ ਵਰਕਰਸ ਨੇ, ਉਹਨਾਂ ਦੀ ਵੀ ਅਲੱਗ-ਅਲੱਗ ਕੈਟਾਗਰੀ ਸੀਗੀਆਂ ਕਿ ਅਸੈਂਸ਼ੀਅਲ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਵਰਕ ਕੀਤਾ ਹੈਗਾ ਕੁਝ ਨੰਬਰ ਆਫ ਆਵਰਸ, ਉਹ ਜਿਹੜੇ ਨੇ ਐਲੀਜੀਬਲ ਹੋ ਕੇ ਅਸੈਂਸ਼ੀਅਲ ਵਰਕਰ ਕੈਟਾਗਰੀ ਦੇ ਵਿੱਚ ਪੀਆਰ ਲੈ ਸਕਦੇ ਨੇ। ਸੋ ਇਹ ਤਾਂ ਸੀਗੀਆਂ ਅਬਨੋਰਮਲੀ ਇੱਕ ਖਾਸ ਟਾਈਮ ਕਰੋਨਾ ਦੇ ਟਾਈਮ ਦੇ ਉੱਪਰ ਇਹ ਬਹੁਤ ਜ਼ਿਆਦਾ ਫੈਸਿਲਿਟੀਜ਼ ਹਰ ਇੱਕ ਨੂੰ ਸਮਝ ਲਓ ਕਿ ਆਵਾਜ਼ਾਂ ਮਾਰ ਕੇ ਪੀਆਰ ਦੇਣ ਵਾਲਾ ਕੰਮ ਹੋ ਗਿਆ ਸੀਗਾ। ਲੇਕਿਨ ਅਗਰ ਇਹ ਸਪੈਸ਼ਲ ਟਾਈਮ ਦੀ ਗੱਲ ਨਾ ਕਰੀਏ ਤੇ ਫਿਰ ਉਹ ਅਲੱਗ-ਅਲੱਗ ਜਿਹੜੇ ਉਹ ਥੋੜ੍ਹਾ ਡਿਫਿਕਲਟ ਹੁੰਦਾ ਪੀਆਰ ਲੈਣਾ। ਉਸ ਦੇ ਵਿੱਚ ਅਲੱਗ-ਅਲੱਗ ਪ੍ਰੋਵਿੰਸ਼ੀਅਲ ਨੋਮਨੀਜ਼ ਪ੍ਰੋਵਿੰਸਿਸ ਦੇ ਰੂਲਸ ਨੇ ਜਿਨ੍ਹਾਂ ਨੂੰ ਮੀਟ ਕਰਕੇ ਆਪਾਂ ਪੀਆਰ ਲੈਣੀ ਹੁੰਦੀ ਹੈ ਜੀ। ਔਰ ਉਸ ਦੇ ਵਿੱਚ ਮੇਰੀ ਸਲਾਹ ਇਹ ਕਿ ਕੁਝ ਪ੍ਰੋਵਿੰਸਿਸ ਇਸ ਤਰ੍ਹਾਂ ਦੀਆਂ ਨੇ ਜਿੱਥੇ ਪੜ੍ਹ ਕੇ ਪੀਆਰ ਬੜੀ ਸੌਖੀ ਹੁੰਦੀ ਹੈ। ਠੀਕ ਹੈ, ਆਪਾਂ ਨੂੰ ਬਹੁਤੇ ਐਫਰਟ ਕਰਨ ਦੀ, ਔਖੇ ਹੋਣ ਦੀ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈਗੀ। ਮੇਰੀ ਐਡਵਾਈਸ ਸਾਰਿਆਂ ਨੂੰ ਕਿ ਬਾਅਦ ਦੇ ਵਿੱਚੋਂ ਜਿਹੜੇ ਦੋ ਮੰਨ ਲਓ ਟੋਰਾਂਟੋ, ਵੈਂਕੂਵਰ ਆ, ਥੋੜ੍ਹਾ ਡਿਫਿਕਲਟ ਹੁੰਦਾ ਪੀਆਰ ਲੈਣਾ, ਉੱਥੇ ਪੜ੍ਹ ਕੇ ਬਾਅਦ ਦੇ ਵਿੱਚ ਪੀਆਰ ਲੈਣੀ ਔਖੀ ਹੋ ਜਾਵੇ ਤੇ ਬੈਟਰ ਹੈਗਾ ਕਿ ਸਸਕੈਚੁਅਨ ਹੈਗਾ, ਮੈਨੀਟੋਬਾ ਹੈਗਾ ਔਰ ਐਟਲਾਂਟਿਕ ਪ੍ਰੋਵਿੰਸਿਸ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਇਹੋ ਜਿਹੀਆਂ ਕੁਝ ਜਗ੍ਹਾ ਹੈਗੀਆਂ ਨੇ ਜਿੱਥੇ ਪੜ੍ਹ ਕੇ ਪੀਆਰ ਸੌਖੀ ਹੁੰਦੀ ਹੈ। ਔਰ ਅਸੀਂ ਇੱਥੋਂ ਹੀ ਸਟੂਡੈਂਟਸ ਨੂੰ ਇਦਾਂ ਪ੍ਰੋਵਿੰਸਿਸ ਦੇ ਵਿੱਚ ਭੇਜ ਰਹੇ। ਬਿਲਕੁਲ ਡਿਪੈਂਡ ਕਰਦਾ ਕਿ ਕਿਹੜੀ ਜਗ੍ਹਾ ਤੇ ਸਟੂਡੈਂਟ ਨੇ ਇੱਥੇ ਪੜ੍ਹਾਈ ਕੀ ਕੀਤੀ ਹੈ। ਠੀਕ ਹੈ, ਔਰ ਉਸਦੇ ਬੈਂਡ ਕਿੰਨੇ ਮਿਲ ਰਿਹਾ ਕਿ ਨਹੀਂ ਪ੍ਰੋਗਰਾਮ ਉੱਥੇ, ਔਰ ਬਿਲਕੁਲ ਉੱਥੇ ਕਿਹੜੀ ਉਸ ਦੀ ਕੰਡੀਸ਼ਨਸ ਨੂੰ, ਕਿਹੜੇ ਕਾਲਜਿਸ, ਕਿਹੜੇ ਯੂਨੀਵਰਸਿਟੀ ਦੀ ਕੰਡੀਸ਼ਨਸ ਨੂੰ ਆਪਾਂ ਮੀਟ ਕਰਦੇ ਆ ਕਿ ਨਹੀਂ ਕਰਦੇ। ਮੰਨ ਲਓ ਸਸਕੈਚੁਅਨ ਹੈਗਾ ਔਰ ਜਿਹੜੀ ਹੈਗੀ ਹੈ ਨੇਟ ਕਾਲਜ ਹੈਗਾ ਐਡਮਿੰਟਨ ਦੇ ਵਿੱਚ, ਉਹ ਇਹੋ ਜਿਹੀ ਥਾਂ ਤੇ 6.5 ਚਾਹੀਦੇ ਨੇ। ਵੈਂਕੂਵਰ ਵਿੱਚ ਬੜੇ ਸਾਰੇ ਕਾਲਜਿਸ ਨੇ 6.5 ਚਾਹੀਦੇ ਨੇ, ਉਸ ਦੇ ਵਿੱਚ 6 ਚਾਹੀਦੇ ਨੇ। ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਰਿਕੁਆਇਰਮੈਂਟਸ ਹੈਗੀਆਂ ਨੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਕਿੱਥੇ ਆਪਣਾ ਬੈਸਟ ਪ੍ਰੋਗਰਾਮ ਫਿੱਟ ਬੈਠਦਾ ਹੈ ਜਾਂ ਆਪਾਂ ਨੂੰ ਫਾਇਦਾ ਹੁੰਦਾ ਹੈਗਾ, ਇਹ ਅਸੀਂ ਤੁਹਾਨੂੰ ਦੱਸ ਸਕਦੇ ਹੈਗੇ ਹਾਂ। ਸਾਡੇ ਸਾਰੇ ਆਫਿਸਿਸ ਦੇ ਵਿੱਚ ਕਾਉਂਸਲਰਸ, ਮੈਨੇਜਰਸ ਨੂੰ ਮੇਰੀ ਡਾਇਰੈਕਟ ਟ੍ਰੇਨਿੰਗ, ਮੇਰੀ ਗਾਈਡੈਂਸ ਦੇ ਨਾਲ ਉਹ ਕੰਮ ਕਰਦੇ ਨੇ ਔਰ ਇਹ ਸਾਰੀ ਜਿਹੜੀ ਨੌਲੇਜ ਉਹਨਾਂ ਨੂੰ ਦਿੱਤੀ ਹੋਈ ਹੈਗੀ ਹੈ। ਤੁਹਾਨੂੰ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ, ਪੜ੍ਹਿਆ ਕੀ ਹੈਗਾ, ਤੁਹਾਡੇ ਬੈਂਡਸ ਕਿੰਨੇ ਨੇ, ਕਿੱਥੇ ਜਾਣਾ ਚਾਹੁੰਦੇ ਹੋਗੇ ਹੋ, ਅਗਰ ਕੋਈ ਫਰੈਂਡ ਰਿਲੇਟਿਵ ਹੈਗਾ ਜ਼ਰੂਰੀ ਹੈ। ਆਮ ਤੌਰ 'ਤੇ ਲੋਕੀ ਕੁੜੀਆਂ ਨੇ, ਅਗਰ ਬੱਚੀਆਂ ਨੇ ਤੇ ਉਹਨਾਂ ਨੂੰ ਭੇਜਣ ਦੇ ਵਿੱਚ ਬੜਾ ਹੈਜੀਟੇਟ ਕਰਦੇ ਆ, ਉਹਨਾਂ ਦੀ ਸੇਫਟੀ ਦਾ ਹੁੰਦਾ। ਹਾਲਾਂਕਿ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਹੈ ਜਿੱਥੇ ਕਿ ਨਾ ਰਿਸ਼ਵਤ ਚੱਲਦੀ, ਨਾ ਹੀ ਕੋਈ ਸਿਫਾਰਿਸ਼ ਚੱਲਦੀ ਔਰ ਬਿਲਕੁਲ ਹੀ ਬਹੁਤ ਹੀ ਸੇਫ ਕੰਟਰੀ ਹੈ। ਮੇਰੇ ਬੱਚੇ ਉੱਥੇ ਰਹਿੰਦੇ ਪਏ ਨੇ, ਇਕੱਲੇ ਰਹਿੰਦੇ ਨੇ, ਕੋਈ ਦਿੱਕਤ ਨਹੀਂ ਹੈਗੀ ਔਰ ਬਿਲਕੁਲ ਸੇਫਟੀ ਦਾ ਕੋਈ ਇਸ਼ੂ ਜਾਂ ਚਿੰਤਾ ਵਾਲੀ ਗੱਲ ਨਹੀਂ ਹੈਗੀ। ਲੇਕਿਨ ਫਿਰ ਵੀ ਇੱਥੇ ਦੇ ਮਾਹੌਲ ਨੂੰ ਦੇਖਦੇ ਹੋਏ ਪੇਰੈਂਟਸ ਬੜੇ ਚਿੰਤਿਤ ਹੁੰਦੇ ਨੇ ਔਰ ਕਿਉਂਕਿ ਉੱਥੇ ਜ਼ਿਆਦਾਤਰ ਨਹੀਂ ਗਏ ਪੇਰੈਂਟਸ, ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉੱਥੇ ਵੀ ਇਦਾਂ ਦਾ ਹੀ ਕੁਝ ਹੋਏਗਾ ਤੇ ਉਹ ਅਗਰ ਕਿਸੇ ਰਿਲੇਟਿਵ ਕੋਲ ਭੇਜਣਾ ਚਾਹੁੰਦੇ ਨੇ ਤੇ ਉੱਥੇ ਫਿਰ ਉਹੀ ਕਿ ਕਿਹੜੇ ਕਾਲਜ, ਯੂਨੀਵਰਸਿਟੀ 'ਚ ਕਿਹੜਾ ਕੋਰਸ ਹੈਗਾ। ਔਰ ਖਾਸ ਤੌਰ 'ਤੇ ਕਵਿਤਾ ਜੀ ਮੇਰੀ ਇਹ ਐਡਵਾਈਸ ਕਿ ਬਹੁਤ ਸਾਰੇ ਲੋਕ ਨੇ ਜਿਹੜਾ ਕਿ ਅਫੋਰਡ ਨਹੀਂ ਕਰਦੇ ਜ਼ਿਆਦਾ ਫੀਸਾਂ। ਠੀਕ ਹੈ, ਬੜੇ ਸਾਰੇ ਨੌਲੇਜ ਇਜ਼ ਪਾਵਰ ਔਰ ਬੜੇ ਸਾਰੇ ਇਹੋ ਜਿਹੇ ਕਾਲਜ ਕੋਰਸਿਸ ਨੇ ਜਿਹੜੇ ਕਿ ਬਹੁਤ ਘੱਟ ਫੀਸ ਹੈਗੀ ਹੈ ਗੌਰਮੈਂਟ ਕਾਲਜ, ਜਿੱਥੇ ਕਿ ਅਸੀਂ ਤਾਂ ਪਾਇਨੀਅਰ ਇਮੀਗ੍ਰੇਸ਼ਨ ਕਦੇ ਵੀ ਜਿਹੜੇ ਵੀ ਸਟੂਡੈਂਟਸ ਆਉਂਦੇ ਨੇ, ਚਾਹੇ ਕੋਈ ਜ਼ਿਆਦਾ ਸਮਝਦਾਰ ਆ ਜੇ, ਘੱਟ ਸਮਝਦਾਰ ਆ ਜੇ, ਪੜ੍ਹਿਆ ਲਿਖਾ ਆ ਜੇ, ਘੱਟ ਪੜ੍ਹਿਆ ਲਿਖਾ ਆ ਜੇ, ਸਾਡੇ ਕੋਲੇ ਕੋਈ ਵੀ ਆ ਜੇ, ਚਾਹੇ ਕੋਈ ਅਮੀਰ ਆ ਜੇ, ਚਾਹੇ ਕੋਈ ਗਰੀਬ ਆ ਜੇ, ਅਸੀਂ ਹਰ ਕਿਸੇ ਦਾ ਬੈਨੀਫਿਟ ਦੀ ਗੱਲ ਕਰਨੀ ਹੈ ਵੀ ਤੁਹਾਡਾ ਬੈਨੀਫਿਟ ਕਿੱਥੇ ਹੁੰਦਾ। ਸਾਡੀ ਨੌਲੇਜ ਦੇ ਨਾਲ ਤੁਹਾਡਾ ਬੈਨੀਫਿਟ ਹੋ ਜੇ ਔਰ ਸਾਡੇ ਤਾਂ ਨੈਚੁਰਲੀ ਕਿ ਸਾਡੇ ਆਫਿਸ ਦੇ ਖਰਚੇ ਚਲਾ ਕੇ ਇਨਕਮ ਤਾਂ ਚਲਦੀਆਂ, ਕੋਈ ਵੀ ਨਹੀਂ ਰੋਕਦਾ। ਲੇਕਿਨ ਆਫ ਕੋਰਸ ਸਾਡੀ ਤਾਂ 100% ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ, ਕਸਮ ਖਾ ਕੇ 100% ਓਨੈਸਟੀ, ਟਰਾਂਸਪੇਰੈਂਸੀ, ਕੇਅਰ। ਔਰ ਮੈਂ ਹੈਰਾਨ ਹੈਗਾ ਕਵਿਤਾ ਜੀ, ਕੱਲ੍ਹ ਮੇਰੇ ਕੋਲ ਕੋਈ ਆਇਆ, 7-8 ਵੀਜ਼ੇ ਲੱਗੇ ਸੀ, ਉਹਦੇ ਕੋਈ ਰਿਲੇਟਿਵ ਕਿਤੇ ਫਸ ਗਿਆ ਤੇ ਮੈਨੂੰ ਕਹਿੰਦਾ ਜੀ ਕਿ ਸਰ ਤੁਹਾਡੀ ਫੇਵਰ ਚਾਹੀਦੀ ਹੈ। ਤੇ ਮੈਂ ਕਿਹਾ ਚਲੋ ਵੀਜ਼ਾ ਲਵਾਉਣਾ, ਕਿੰਨੇ % ਨੇ ਮੈਂ ਆਪ ਦੇਖ ਕੇ ਮੈਂ ਦੱਸ ਦਾਂਗਾ। ਉਹ ਕਹਿੰਦੇ ਜੀ ਕਿਸੇ ਕੰਸਲਟੈਂਟ ਕੋਲੇ ਇਹਨਾਂ ਨੇ, ਮੇਰੇ ਰਿਲੇਟਿਵ ਨੇ ਕੇਸ ਲਗਵਾਇਆ, ਉਸ ਦੀ ਮੈਟ੍ਰਿਕਸ ਕਾਲਜ ਵਾਸਤੇ ਅਪਲਾਈ ਕੀਤਾ,
ਔਰ ਕਾਲਜ ਦੀ ਆਫਰ ਲੈਟਰ ਨਹੀਂ ਹੈਗੀ ਉਹਨਾਂ ਨੂੰ ਦਿੱਤੀ, ਅੱਛਾ ਅੰਬੈਸੀ ਦੀ ਕੋਈ ਡਿਟੇਲ ਨਹੀਂ ਦਿੱਤੀ ਹੈਗੀ ਹੈ, ਔਰ ਕੰਸਲਟੈਂਟ ਕਹਿੰਦਾ ਹੈਗਾ ਕਿ AIP ਆ ਗਈ ਹੈ, ਅੱਛਾ AIP ਦੀ ਕਾਪੀ ਨਹੀਂ ਦਿੱਤੀ ਹੋਈ। ਅੱਛਾ ਸੋ ਔਰ ਇਹ ਇੰਨਾ ਘਬਰਾ ਕੇ ਵੀ ਇਹ ਤਾਂ ਕੁਝ ਦਿੰਦਾ ਹੀ ਨਹੀਂ ਪਿਆ। ਉਹਨੂੰ ਕਹਿੰਦੇ, ਆਪਣੇ ਕੰਸਲਟੈਂਟ ਨੂੰ ਕਹਿੰਦੇ ਜੀ ਤੂੰ ਸਾਡੀ ਐਪਲੀਕੇਸ਼ਨ ਵਿਡਰਾ ਕਰ ਦੇ, ਉਹਨੂੰ ਅੰਬੈਸੀ ਨੂੰ ਕਹਦੇ ਵੀ ਅਸੀਂ ਨਹੀਂ ਜਾਣਾ, ਤੂੰ ਸਾਡਾ ਇਹ ਅੰਬੈਸੀ ਨੂੰ ਵਿਡਰਾ ਕਰਕੇ ਸਾਡੇ ਕਾਲਜ ਦੇ ਰਿਫੰਡ ਕਰ ਦੇ। ਔਰ ਕੰਸਲਟੈਂਟ ਕਹਿੰਦਾ ਕਿ ਜੀ ਮੈਂ ਰਿਫੰਡ ਅਪਲਾਈ ਕਰ ਦਿੱਤਾ। ਸੋ ਹੁਣ ਕੀਤਾ ਨਹੀਂ ਕੀਤਾ, ਔਰ ਉਹ 10 ਲੱਖ ਦੇ ਕਰੀਬ 8 ਲੱਖ ਦੇ ਕਰੀਬ ਪੈਸੇ ਨੇ, ਉਹ ਮੁੜਨਗੇ ਨਹੀਂ ਮੁੜਨਗੇ, ਸਾਰਾ ਬੜਾ ਹੀ ਗਲਤ ਤਰ੍ਹਾਂ ਦਾ ਕੇਸ ਕਾਲਾ ਮਾਲਾ ਜਿਹਨੂੰ ਕਹਿੰਦੇ ਆ ਹੋ ਗਿਆ। ਤੇ ਈਵਨ ਕਿ ਮੈਂ ਘਬਰਾ ਕੇ ਕਿ ਵੀ ਇਹ ਸਾਰਾ ਕੁਝ ਕਿਵੇਂ ਮੈਨੇਜ ਹੋਏਗਾ, ਫੀਸਾਂ ਪਤਾ ਨਹੀਂ ਆਉਣਗੀਆਂ ਨਹੀਂ ਆ ਗਏ, ਜੋ ਖਾ ਪੀ ਜਾਣਾ ਉਹਨਾਂ ਨੇ ਸਾਰਾ ਕੁਝ। ਸੋ ਇਹ ਆਪਣਾ ਕੰਸਲਟੈਂਟ ਵੀ ਧਿਆਨ ਨਾਲ ਚੂਜ਼ ਕਰੋ ਤਾਂ ਕਿ ਇੱਕ ਪੜ੍ਹਿਆ ਲਿਖਿਆ ਸਿਆਣਾ ਪ੍ਰੋਪਰ ਰੈਗੂਲੇਟਡ ਜਿਹੜਾ ਹੈਗਾ ICCRC ਮੈਂਬਰ ਹੋਵੇ। ਇੱਥੇ ਪੰਜਾਬ ਦੇ ਵਿੱਚ ਵੀ ਲਾਇਸੈਂਸਿੰਗ ਇੱਕ ਜ਼ਰੂਰੀ ਹੈ, ਪੰਜਾਬ ਦੇ ਵਿੱਚ ਆਫਿਸ ਚੀਜ਼ ਚਲਾਉਣ ਵਾਸਤੇ ਪੰਜਾਬ ਦਾ ਗਵਰਨਮੈਂਟ ਦਾ ਲਾਇਸੈਂਸ ਹੋਵੇ, ਵਿੱਚ ਪੁਰਾਣਾ ਕੰਸਲਟੈਂਟ ਹੋਵੇ, ਰਿਪਿਊਟਡ ਹੋਵੇ, ਸਾਰਾ ਪਤਾ ਲੱਗਦਾ ਹੈਗਾ। ਤੁਹਾਡਾ ਲੱਖਾਂ ਰੁਪਏ ਦਾ ਮਾਮਲਾ, ਇੱਕ ਸਾਲ ਦੀ ਫੀਸ ਤਕਰੀਬਨ 8-10 ਲੱਖ ਰੁਪਏ, GIC 6 ਲੱਖ ਰੁਪਏ, 15-18 ਲੱਖ ਰੁਪਏ ਦਾ ਤੁਹਾਡਾ ਮਾਮਲਾ ਹੈਗਾ। ਸੋ ਬੀ ਵੈਰੀ ਵੈਰੀ ਕੇਅਰਫੁਲ। ਲੇਕਿਨ ਮੈਂ ਜਿਹੜੀ ਗੱਲ ਕਰਦਾ ਪਿਆ ਸੀਗਾ ਕਿ ਨੌਲੇਜ ਇਜ਼ ਪਾਵਰ। KPU ਦੇ ਵਿੱਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਕਿ ਅਦਰਵਾਈਜ਼ 2 ਸਾਲ ਦੇ ਵਿੱਚ ਜਿਹੜੇ $32,000 ਹੁੰਦੇ ਨੇ, KPU ਦੇ ਵਿੱਚ 2 ਸਾਲ ਦੇ ਪ੍ਰੋਗਰਾਮ ਜਿਹੜੀ ਗਵਰਨਮੈਂਟ ਪਬਲਿਕ ਯੂਨੀਵਰਸਿਟੀ ਬਹੁਤ ਹਾਈਲੀ ਰਿਪਿਊਟਡ ਸਰੀ ਦੇ ਵਿੱਚ ਜਿੱਥੇ ਬਹੁਤ ਲੋਕ ਜਾਣਾ ਚਾਹੁੰਦੇ ਨੇ, ਉਹ KPU ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਆ $25,000 ਦੇ ਵਿੱਚ 2 ਸਾਲ ਦਾ ਕੋਰਸ। ਅੱਛਾ। ਕੇਪ ਬ੍ਰਿਟਨ ਯੂਨੀਵਰਸਿਟੀ ਨੋਵਾ ਸਕੋਸ਼ੀਆ ਦੇ ਵਿੱਚ ਜਿਹੜਾ ਸਿਡਨੀ ਸਿਟੀ ਦੇ ਵਿੱਚ, ਔਰ ਨੋਵਾ ਸਕੋਸ਼ੀਆ ਪ੍ਰੋਵਿੰਸ ਦੇ ਵਿੱਚ ਜਿੱਥੇ ਕਿ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਵਿੱਚ PR ਬੱਚਿਆਂ ਦੀ ਸੌਖੀ ਪੋਸਟ ਗ੍ਰੈਜੂਏਟ ਪ੍ਰੋਗਰਾਮ 3+1 ਦਾ ਮਤਲਬ 4th ਸਮੈਸਟਰ ਕੋਪ, ਜਿੱਥੇ ਕਿ ਆਪਾਂ ਕਲਾਸਾਂ ਵੀ ਨਹੀਂ ਲਾਣੀਆਂ ਸਟੂਡੈਂਟਸ ਨੇ, ਔਰ ਨਾਲ ਉਹਨਾਂ ਨੂੰ ਇੰਟਰਨਸ਼ਿਪ ਹੋਏਗੀ ਜ਼ਿਆਦਾਤਰ ਪੇਡ, ਔਰ ਫੀਸ ਵੀ ਨਹੀਂ ਦੇਣੀ। ਮਤਲਬ 2 ਸਾਲ ਦਾ ਕੋਰਸ $25,000। ਇਸੇ ਤਰੀਕੇ ਨਾਲ ਲੈਂਪਟਨ ਕਾਲਜ ਟੋਰਾਂਟੋ ਮਿਸੀਸਾਗਾ ਦੇ ਵਿੱਚ 3+1 4th ਸਮੈਸਟਰ ਕੋਪ, ਔਰ ਘੱਟ ਫੀਸ $25,000 ਪੋਸਟ ਗ੍ਰੈਜੂਏਟ ਪ੍ਰੋਗਰਾਮ 2 ਸਾਲ ਦੇ। CNC ਕਾਲਜ ਜਿਹੜਾ ਹੈ, ਕਾਲਜ ਆਫ ਨਿਊ ਕੈਲੇਡੋਨੀਆ ਪ੍ਰਿੰਸ ਜਾਰਜ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਸ ਦੇ ਈਵਨ ਕਿ ਪੋਸਟ ਸੈਕੰਡਰੀ ਕੋਰਸਿਸ ਵੀ, PG ਕੋਰਸਿਸ ਵੀ ਉਹੀ $25,000 $26,000 2 ਸਾਲ ਦੀ ਫੀਸ ਬੜੀ ਘੱਟ। NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ, ਉਸ ਦੀ ਫੀਸ ਬਹੁਤ ਘੱਟ $18,000-20,000 2 ਸਾਲ ਦੀ, ਜਿਹੜੀ ਕਿ $32,000 ਹੋਣੀ ਚਾਹੀਦੀ ਹੈ। ਸੋ ਇਹ ਜਿਹੜੀ ਇੰਨੀ ਸਾਰੀ ਬੱਚਤ ਜਿਹੜੀ ਤੁਹਾਡੀ ਹੈਗੀ ਹੈ। ਹਾਲਾਂਕਿ ਸਕੋਲਰਸ਼ਿਪ ਦੇ ਬਾਰੇ ਆਮ ਤੌਰ 'ਤੇ ਲੋਕ ਪੁੱਛਦੇ ਨੇ, ਉਹ ਸਕੋਲਰਸ਼ਿਪ ਜ਼ਿਆਦਾ ਨਹੀਂ ਹੈਗੀ ਕਿਉਂਕਿ ਕੈਨੇਡਾ ਕਾਲਜਿਸ ਯੂਨੀਵਰਸਿਟੀਜ਼ ਦੀ ਫੀਸਾਂ ਐਜ਼ ਕੰਪੇਅਰ ਟੂ ਨਿਊਜ਼ੀਲੈਂਡ, ਆਸਟ੍ਰੇਲੀਆ, ਬਾਕੀ ਕੰਟਰੀ UK ਤੋਂ ਬਹੁਤ ਘੱਟ ਫੀਸਾਂ ਨੇ ਆਲਰੇਡੀ। ਔਰ ਇਹ ਜਿਹੜਾ ਸਕੋਲਰਸ਼ਿਪ ਹੋਏਗਾ $500,000 ਦਾ, ਉਹ ਵੀ ਉੱਥੇ ਜਾ ਕੇ ਪੜ੍ਹ ਕੇ ਜਦੋਂ ਨੰਬਰ ਜ਼ਿਆਦਾ ਲਵਾਂਗੇ। ਲੇਕਿਨ ਇਹ ਜਿਹੜੀ ਤੁਹਾਨੂੰ ਮੈਂ ਦੱਸਿਆ ਕਿੱਥੇ $32,000, ਕਿੱਥੇ $25,000 ਦਾ, ਮਤਲਬ $6,000-7,000 ਦਾ, $8,000 ਦਾ ਫਾਇਦਾ ਦਾ ਮਤਲਬ ਇਹ ਕਿ ਤਕਰੀਬਨ 5 ਲੱਖ ਦੇ ਕਰੀਬ ਦਾ ਤੁਹਾਡੀ ਬਚਤ ਹੋਏਗੀ। ਸੋ ਇਹ ਸਾਰੀਆਂ ਡਿਸਕਸ਼ਨਸ ਜਿਹੜੀਆਂ ਸਾਡੇ ਆਫਿਸ ਵਿੱਚ ਤੁਸੀਂ ਕਰ ਸਕਦੇ ਹੋ, ਫਾਇਦਾ ਲੈ ਸਕਦੇ ਹੋ। ਜੀ ਸੋ ਰਵੀ ਸਰ, ਰਿਫਿਊਜ਼ਲ ਤੋਂ ਬਾਅਦ ਵੀਜ਼ਾ ਕਿੱਦਾਂ ਲਿਆ ਜਾ ਸਕਦਾ ਹੈ? ਕਵਿਤਾ ਜੀ ਦੇਖੋ, ਦੇਖਣਾ ਪਏਗਾ ਕਿ ਤੁਸੀਂ ਸਟੂਡੈਂਟ ਦੀ ਪ੍ਰੀਵੀਅਸ ਐਜੂਕੇਸ਼ਨ ਕੀ ਹੈਗੀ ਹੈ, ਉਸ ਨੂੰ ਗ੍ਰੈਜੂਏਟ ਹੈਗਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ। ਲੇਕਿਨ ਚੰਗੀ ਗੱਲ ਇਹ ਹੈਗੀ ਹੈ ਕਿ ਅਗਰ ਗਲਤੀ ਨਹੀਂ ਵੀ ਹੋਈ ਤਦ ਵੀ ਕਈ ਵਾਰ ਸਟ੍ਰਿਕਟ ਵੀਜ਼ਾ ਆਫੀਸਰ ਰਿਫਿਊਜ਼ ਕਰ ਦਿੰਦੇ ਆ ਤੇ ਲੀਨੀਅੰਟ ਵੀਜ਼ਾ ਆਫੀਸਰ ਜਿਹੜੇ ਆ ਵੀਜ਼ਾ ਦੇ ਦਿੰਦੇ ਆ, ਤੇ ਦੁਬਾਰਾ ਅਪਲਾਈ ਕਰਕੇ ਕੈਨੇਡਾ ਦੇ ਵਿੱਚ 5-6-7 ਵਾਰ ਵੀ ਰਿਫਿਊਜ਼ਡ ਹੋਵੇ ਤੇ ਵੀਜ਼ਾ ਲਿਆ ਜਾ ਸਕਦਾ, ਕੋਈ ਦਿੱਕਤ ਨਹੀਂ ਹੈਗੀ। ਔਰ ਅਗਰ ਕੋਈ ਆਲਰੇਡੀ ਜਿਹੜੀ ਹੈ ਰਿਫਿਊਜ਼ਲ ਹੋਈ ਹੈ ਤੇ ਉਸ ਦੇ ਵਿੱਚ ਕੋਈ ਗਲਤੀ ਹੋਈ ਹੈ, ਮੰਨ ਲਓ ਕਿ ਗ੍ਰੈਜੂਏਟ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਦਿੱਤਾ ਤੇ ਰਿਫੰਡ ਲੈ ਕੇ ਨਵੇਂ ਕਾਲਜ ਦੇ ਵਿੱਚ ਨਵੇਂ ਕੋਰਸ ਦੇ ਵਿੱਚ ਸਹੀ ਉਸ ਗਲਤੀ ਨੂੰ ਇੰਪਰੂਵ ਕਰ ਲਿਆ ਜਾਵੇ ਤੇ ਵੀਜ਼ਾ ਦੇ ਚਾਂਸਿਸ ਪੂਰੇ ਹੁੰਦੇ ਆ। ਕੋਈ ਕੈਨੇਡਾ ਦੇ ਵਿੱਚ ਸਕਸੈਸ ਰੇਟ ਬਹੁਤ ਹਾਈ ਹੈਗਾ, ਔਰ ਅਗਰ ਰਿਫਿਊਜ਼ ਵੀ ਹੋ ਗਿਆ ਤੇ ਸਟੂਡੈਂਟ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਵੈਲਕਮ ਜੀ। ਹੁਣ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗੀ, ਕਿਉਂਕਿ ਹੁਣ ਜਿਹੜੇ ਜਿਨ੍ਹਾਂ ਦੀਆਂ ਰਿਜੈਕਟ ਹੋ ਗਈਆਂ ਨੇ ਫਾਈਲਸ, ਵੀਜ਼ਾਸ ਨਹੀਂ ਆਏ, ਉਹਨਾਂ ਨੂੰ ਸਪੈਸ਼ਲ ਕੇਅਰ ਦੀ ਲੋੜ ਆਈ ਐਮ ਸ਼ੋਰ ਕਿ ਪਏਗੀ ਇਸ ਵਾਰੀ ਦੁਬਾਰਾ ਅਪਲਾਈ ਕਰਨਾ। ਉਹੀ ਹੈ ਕਿ ਕਿਹੜਾ ਕਾਲਜ ਤੇ ਪਹਿਲਾਂ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਸੀਗੀ, ਔਰ ਬਾਅਦ ਵਾਲੀ ਜਿਹੜੀ ਹੈ ਤੁਸੀਂ ਇੰਟੈਂਡਡ ਪ੍ਰੋਗਰਾਮ ਜਿਹੜਾ ਤੁਸੀਂ ਲੈ ਕੇ ਚੱਲੇ ਹੋ, ਤੁਹਾਡੀ ਆਫਰ ਲੈਟਰ ਕਿਹੜੇ ਕਾਲਜ 'ਚ ਅਪਲਾਈ ਕਰਨੀ ਹੈ ਜਾਂ ਆਈ ਹੋਈ ਹੈਗੀ ਤੇ ਕਿਹੜੇ ਕਾਲਜ 'ਚ ਅਪਲਾਈ ਕੀਤੀ ਹੈਗੀ ਹੈ, ਕੋਰਸ ਕਿਹੜਾ ਹੈਗਾ। ਔਰ ਇੱਕ ਖਾਸ ਗੱਲ ਕਿ ਬਹੁਤ ਸਾਰੇ ਕਾਲਜਿਸ ਦੇ ਵਿੱਚ ਪੜ੍ਹ ਕੇ ਬੱਚਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ, ਇਹ ਵੀ ਧਿਆਨ ਦੇਣ ਦੀ ਲੋੜ ਹੈ। ਅੰਬੈਸੀ ਦੀ ਵੈਬਸਾਈਟ ਤੇ ਹੈਗਾ ਕਿਹੜੇ ਕਾਲਜ 'ਚ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ, ਔਰ ਕੋਈ ਗਲਤੀ ਤਾਂ ਨਹੀਂ ਹੋਈ ਪਹਿਲਾਂ ਜਿਹੜੀ ਅਪਲਾਈ ਕਰਨ ਲੱਗੇ। ਇਹ ਸਾਰੀਆਂ ਡਿਸਕਸ਼ਨਸ ਕਰਕੇ, ਲੇਕਿਨ ਚੰਗੀ ਗੱਲ ਇਹ ਕਿ ਕੈਨੇਡਾ ਦੇ ਵਿੱਚ ਅਪਲਾਈ ਕਰੀਏ 4-5-6 ਰਿਫਿਊਜ਼ਲਸ ਤੋਂ ਬਾਅਦ ਵੀ ਵੀਜ਼ਾ, ਔਰ ਸਾਡੇ ਆਫਿਸ ਦੇ ਵਿੱਚ ਮਿਲ ਕੇ ਤੁਹਾਡੀ ਰਿਫਿਊਜ਼ਲ ਲੈਟਰ, ਪਹਿਲਾਂ ਵਾਲੀ ਆਫਰ ਲੈਟਰ, ਔਰ ਆਪਣੀ ਅਗਰ ਹੋ ਸਕੇ ਤਾਂ ਫਾਈਲ ਦੀ ਕਾਪੀ ਲੈ ਕੇ ਡਿਸਕਸ ਕਰਕੇ ਵੈਲਕਮ, ਔਰ
ਜ਼ਰੂਰ ਪੂਰੀ ਕੋਸ਼ਿਸ਼ ਕਰਾਂਗੇ ਜੀ। ਕਿ ਵੀਜ਼ਾ ਲੱਗੇ ਜੀ। ਜੀ ਸੋ 2003 ਤੋਂ ਸ਼ੁਰੂਆਤ ਕੀਤੀ ਸੀ ਜੀ ਪਾਇਨੀਅਰ ਇਮੀਗ੍ਰੇਸ਼ਨ ਤੇ ਅੱਜ ਵੀ ਜਿਹੜੇ ਸਾਡੇ ਵਿਦਿਆਰਥੀ ਨੇ ਜੀ, ਸਾਡੇ ਦਰਸ਼ਕ ਨੇ, ਉਹਨਾਂ ਨੂੰ ਬੜੀ ਓਨੈਸਟੀ ਦੇ ਨਾਲ, ਟਰਾਂਸਪੇਰੈਂਸੀ ਦੇ ਨਾਲ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਜੀ, ਸਪੈਸ਼ਲੀ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਉਹ ਦਿੰਦੇ ਆ ਰਹੇ ਨੇ ਪਾਇਨੀਅਰ ਇਮੀਗ੍ਰੇਸ਼ਨ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਵੈਲਕਮ, ਸਤਿ ਸ਼੍ਰੀ ਅਕਾਲ ਜੀ। ਸੋ ਇਸੇ ਦੇ ਨਾਲ ਜੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਵੇਖਦੇ ਰਹਿਆ ਕਰੋ ਤੇ ਨਾਲੇ ਸਾਡਾ YouTube ਚੈਨਲ ਜੀ ਉਹਨੂੰ ਵੀ ਸਬਸਕ੍ਰਾਈਬ ਕਰਦੇ ਰਿਹਾ ਕਰੋ। ਧੰਨਵਾਦ।